ਇਸ ਟਾਈਮ 6 ਮੱਝਾਂ ਨੇ ਲੈ ਰਹੀਆਂ 6 ਮੱਝਾਂ ਲੈ ਰਹੀਆਂ ਬਾਕੀ ਕੋਈ ਬਣੀਆਂ ਨੇ ਕੋਈ ਬਣਨੇ ਵਾਲੀਆਂ ਤੇ ਜਿਹੜੀਆਂ ਖੰਗੜੀਆਂ ਉਹ ਵੀ ਦੁੱਧ ਦੇ ਰਹੀਆਂ ਆ ਦੇ ਰਹੀਆਂ। ਟੋਟਲ ਦੁੱਧ ਤੁਹਾਡਾ ਕਿੰਨਾ ਹੀ ਜਾਂਦਾ ਮਾਸ਼ਾਅੱਲਾ? 3 ਮਣ ਦਾ 3 ਮਣ ਮਹੀਨੇ ਦਾ ਕਿੰਨੇ ਦਾ ਵਿਕ ਜਾਂਦਾ? ਤੇ ਲਾ ਲਓ ਹਿਸਾਬ ਕਰ ਲਓ 3 ਲੱਖਾਂ ਤੋਂ ਉੱਤੇ ਹੀ ਜਾਂਦੇ ਆ। ਅੱਛਾ ਮਾਸ਼ਾਅੱਲਾ। ਤੇ 3 ਲੱਖ ਜਦੋਂ ਤੁਸੀਂ ਤੁਹਾਨੂੰ ਲੱਭਦਾ ਤਾਂ ਇਹਨਾਂ ਦੇ ਕਿੰਨਾ ਲਾਉਂਦੇ ਹੋ ਡੰਗਰਾਂ ਤੇ? ਹੱਦੋਂ ਵੱਧ ਯਾਨੀ ਕਿ 1.5 ਲੱਖ ਬਚ ਜਾਂਦਾ। ਇੱਕ ਮਹੀਂ ਹੋਰ ਲੈਣੀ ਹੈ। ਅੱਛਾ ਇੱਕ ਮਹੀਂ ਲੈਣੀ ਤੇ ਬਾਕੀ ਇਹਨਾਂ ਤੇ ਲਾਣੇ। ਜ਼ਿੰਦਾਬਾਦ। ਨਹੀਂ ਤਾਂ ਨਹੀਂ ਕੋਈ ਇਸ ਕੰਮ 'ਚ ਮਸਲਾ? ਨਹੀਂ ਕੋਈ ਮਸਲਾ। ਜਿਹੜਾ ਕੋਈ ਬੰਦਾ ਸਾਡੀ ਗੱਲਬਾਤ ਸੁਣਦਾ ਪਿਆ ਉਹ ਡੰਗਰ ਪਾਲਣਾ ਚਾਹੁੰਦਾ ਹੈ, ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਬੇਧੜਕ ਹੋ ਕੇ ਸ਼ੁਰੂ ਕਰ ਦੇ? ਬੇਧੜਕ ਹੋ ਕੇ। ਠੀਕ ਹੈ, ਜ਼ਿੰਦਾਬਾਦ। ਤੇ ਤੁਹਾਡੇ ਕੋਲ ਅਗਰ ਕਿਸੇ ਗਾਈ ਇੱਕ ਦੋ ਗਾਈ ਵਿੱਚ ਚੰਗੀ ਰੱਖ ਲੈ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਹੈ ਉਹਦਾ ਸਾਰਾ ਰਿਕਾਰਡ ਪੇ ਪੂਰਾ ਕਰੇ ਜੀ। ਅੱਛਾ, ਉਹਨੇ 14 ਕਿਲੋ ਦੁੱਧ करना, महीने 8 किलो 9 10 किलो। बिल्कुल। बिस्मिल्लाहिर्रहमानिर्रहीम, अस्सलाम वालेकुम व्यूअर्स, आप देख रहे हैं बिज़नेस इन्फो ऑफिशियल यूट्यूब चैनल। नाजरीन, आज की वीडियो की ख़ास बात यह है कि एक ऐसे फार्मर से मिलवाने जा रहा हूं जिन्होंने 7 साल पहले बफलो फार्मिंग का कारोबार शुरू किया और 2 भैंसों से शुरू करके वो 20 भैंसों तक पहुंच चुके हैं। अपना चारा यानी ज़मीन ना होने के बावजूद वो 3 लाख रुपया कमा रहे हैं, जिनकी बचत सिर्फ 1.5 लाख रुपए है। तो वीडियो आखिर तक ज़रूर देखिएगा और चैनल को करिएगा सब्सक्राइब, साथ में बेल आइकन भी दबा दीजिएगा। तो चलिए फिर वीडियो शुरू करते हैं। अस्सलाम वालेकुम। वालेकुम सलाम जी। चाचू जी की नाम है ਤੁਹਾਡਾ? मोहम्मद यूसुफ साहब, ਕਿਹੜਾ ਪਿੰਡ ਕਿਹੜੀ ਜਗ੍ਹਾ? दज्जोवाल भाईडा ਦੇ ਨਾਲ। ਠੀਕ ਹੋ ਗਿਆ। ਮੋੜ ਰੋਡ ਤੇ। ਜ਼ਿੰਦਾਬਾਦ। ਅੱਛਾ ਚਾਚੂ ਜੀ, ਇਹ ਦੱਸਿਓ ਕਿ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਡੰਗਰਾਂ 'ਚ ਪਿਆ, ਡੰਗਰਾਂ ਦਾ ਕੰਮ ਕਰਦੇ? ਹੋ ਗਏ 5-7 ਸਾਲ। 5-7 ਸਾਲ ਹੋ ਗਏ ਨੇ। ਤੇ ਉਸ ਤੋਂ ਪਹਿਲੇ ਕੀ ਕਰਦੇ ਹੋ? ਉਸ ਤੋਂ ਪਹਿਲੇ ਰੇੜਾ ਵਾਈਦਾ ਸੀ, ਬਸ ਕੋਈ ਕੰਮ ਨਹੀਂ। ਅੱਛਾ, ਤੇ ਕੀ ਗੱਲ ਹੈ ਤੁਸੀਂ ਰੇੜਾ ਛੱਡ ਕੇ ਤੇ ਡੰਗਰਾਂ 'ਚ ਆ ਗਏ ਹੋ? ਕਿਉਂ? ਕੰਮ ਚੰਗਾ। ਇਹ ਕੰਮ ਚੰਗਾ। 7 ਸਾਲਾਂ 'ਚ ਕੀ ਤੁਸੀਂ ਮਹਿਸੂਸ ਕੀਤਾ ਕਿ ਕੰਮ ਨੂੰ, ਕੀ ਤੁਸੀਂ ਇਹਦੇ ਬਾਰੇ 'ਚ ਕੀ ਕਹੋਗੇ? ਅਸੀਂ 2 ਮਹੀਨਿਆਂ ਤੋਂ ਟੁਰੇ ਤੇ ਇਸ ਵੇਲੇ 20 ਮਹੀਨੇ। ਜ਼ਿੰਦਾਬਾਦ। ਇਹ ਸਫ਼ਰ ਕਿੰਨੇ ਸਾਲਾਂ 'ਚ ਤੈਅ ਕੀਤਾ? 5-6 ਸਾਲਾਂ। ਘਰ ਦੀਆਂ ਬਣਾਈਆਂ ਸਾਰੀਆਂ? ਕਿਹੜੀ ਨਸਲ ਦੀਆਂ ਮੱਝਾਂ ਲਈਆਂ ਹਜੇ? ਮਈਆਂ ਬੂੜੇ ਵਾਲੀ ਲਿਆਇਆ ਪਹਿਲਾਂ। ਅੱਛਾ, ਬਾਕੀ ਇੱਥੋਂ ਹੀ ਫਿਰ ਲੈਂਦੇ ਰਹੇ ਮੈਂ ਤੈਨੂੰ, ਇੱਥੋਂ ਲੋਕਾਂ ਕੋਲ ਆਈਆਂ ਹੀ ਲਈਆਂ। ਸਹੀ ਹੈ, ਯਾਨੀ ਕਿ ਫਿਰ ਅੱਗੋਂ ਘਰ ਦੀਆਂ ਬਣਾਉਂਦੇ ਰਹੇ ਹੋ? ਘਰ ਦੀਆਂ ਵਿੱਚ ਹੀ ਬਣ ਗਈਆਂ ਨੇ। ਮੱਝ ਕਿੱਥੋਂ ਲੈਣੀ ਚਾਹੀਦੀ ਹੈ? ਉਂਝ ਅੱਡਿਆਂ ਤੋਂ ਲੈਣੀ ਚਾਹੀਦੀ ਹੈ, ਪਿੰਡਾਂ 'ਚ ਫਿਰ ਕੇ? ਬੋਰੀਆਂ ਜਾ ਕੇ ਲਿਆਈਏ। ਤੇ ਉੱਥੋਂ ਤੇ ਸੁਣਿਆ ਕਿ ਕਈਆਂ ਨੂੰ ਦਾ ਵੀ ਲੱਗ ਜਾਂਦਾ। ਦਾ ਤੇ ਫਿਰ ਸਾਰੇ ਇੱਥੇ ਵੀ ਲੱਗ ਜਾਂਦੇ। ਉਹਦਾ ਫਿਰ ਕੀ ਹੱਲ ਹੈ? ਉਹਦਾ ਕੋਈ ਵੀ ਹੱਲ ਨਹੀਂ। ਅੱਛਾ, ਉਹਦਾ ਅਗਲੇ ਹੀ ਹੱਲ ਹੈ। ਜਾਂ ਕੋਈ ਬੰਦਾ ਸਿਆਣਾ ਨਾਲ ਲਾਈਏ? ਜਿਹੜੀ ਭੈੜੀ ਭੇਜਦੀ ਉਹਦਾ ਅਗਲੇ ਹੀ ਹੱਲ ਹੈ, ਹੋਰ ਕੀ। ਸਹੀ ਹੋ ਗਿਆ, ਠੀਕ ਹੈ। ਅੱਛਾ, ਬਈ ਜਿਹੜੀ 10 ਸਿਰ ਦੁੱਧ ਦੀ ਦਿੰਦੀ ਉਹ ਲਾੜੀ ਬੇਫਜ਼ੂਲ ਹੈ। ਉਹਨੂੰ ਰੱਖਣਾ ਬੇਫਜ਼ੂਲ ਹੈ, ਘਾਟਾ ਪਾਉਂਦੀ। ਜਿਹੜਾ 10 ਸਿਰ ਦਿੰਦੀ ਹੈ ਦਿਹਾੜੀ ਦਾ? ਨਹੀਂ, ਜਿਹੜੀ 10 ਸਿਰ ਨਹੀਂ ਦਿੰਦੀ, ਥੋੜਾ ਦਿੰਦੀ, 5-6 ਕਿਲੋ ਦਿੰਦੀ, ਉਹਦਾ ਘਾਟਾ। 10 ਸਿਰ ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ 10-11 ਸਿਰ ਦੁੱਧ ਦੇ ਉਹਦਾ ਨਫਾ। ਇੱਕ ਟਾਈਮ ਬਚਦਾ। ਠੀਕ ਹੋ ਗਿਆ, ਜ਼ਬਰਦਸਤ। ਅੱਛਾ, ਤੇ ਤੁਸੀਂ ਇਹ ਦੱਸਿਆ ਕਿ ਇੱਕ ਤੇ ਮਾਸ਼ਾਅੱਲਾ ਤੁਸੀਂ ਮੁਤਮਿਨ ਹੋ ਇਸ ਕੰਮ ਤੋਂ, 7 ਸਾਲ ਦਾ ਤੁਸੀਂ ਕੰਮ ਕੀਤਾ। ਜਿਹੜੇ ਛੋਟੇ ਮੋਟੇ ਇਹਨਾਂ ਨੂੰ ਕੋਈ ਬਿਮਾਰੀਆਂ ਵੀ ਆਉਂਦੀਆਂ ਨੇ, ਉਹ ਕੀ ਉਹਨਾਂ ਦਾ ਕੋਈ ਇਲਾਜ ਦੇਸੀ ਕਰ ਲੈਂਦੇ ਹੋ? ਅਸੀਂ ਇੱਥੇ ਦੇਸੀ ਗੱਡੇ ਗੁੰਡੇ ਦੇਈਦੇ ਨੇ, ਜਾਂ 5 ਗ੍ਰਾਮ ਦਾ ਟੀਕਾ ਲਾਈਦਾ ਬਸ। ਅੱਛਾ, ਬੜੀ ਕੋਸ਼ਿਸ਼ ਹੋਏ 5 ਗ੍ਰਾਮ ਦਾ ਟੀਕਾ ਲਾਈ। ਤੇ ਉਂਝ ਵੀ ਕੋਈ ਛੋਟੇ ਮੋਟੇ ਆਪਣੇ ਘਰ ਕੋਲ ਲੈਂਦੇ ਹੋ? ਘਰ ਕੋਲ ਲਈਦਾ। ਮਸਲਾ ਮੈਂ ਤੁਹਾਨੂੰ ਪੁੱਛਣਾ ਕਿ ਅਗਰ ਇਹਨਾਂ ਨੂੰ ਸਾੜੂ ਹੋਈਏ ਥਣ ਨੂੰ ਤਾਂ ਕੀ ਕਰਦੇ ਹੋ? ਅਸੀਂ ਥੋਮ ਦੀ ਖੀਰ ਬਣਾ ਕੇ ਉਹ ਦਿੰਦੇ। ਕਿਸ ਤਰ੍ਹਾਂ ਬਣਾਉਣੀ ਹੈ? ਉਹਨੂੰ ਕੁੱਟ ਲੈਣਾ, ਥੋਮ ਨੂੰ ਛਿੱਲ ਕੇ ਸਣੇ ਉਹਦੇ ਛਿਲੜਾ ਪਾ ਲੈਣਾ। ਗਾਂ ਦਾ ਦੁੱਧ ਪਾਓ ਤੇ ਉਦੋਂ ਅੱਛਾ। ਅੱਛਾ, ਗਾਂ ਦਾ ਪਾਓ ਤੇ 3-4 ਦਿਨ ਦੇ ਉਹਦੇ ਠੀਕ ਹੋ ਜਾਂਦੇ। ਮਹੀਂ ਦਾ ਪਾਓ ਤੇ 4 ਇੱਕ ਦਿਹਾੜੀ ਤੋਂ ਵੱਧ। ਕਿੰਨੇ ਥੋਮ ਜਾਂ ਲੱਸਾਂ ਨੇ ਉਹ ਕਿੰਨਾ ਹੋਏ? ਪਾਕ ਹੋਣਾ ਚਾਹੀਦਾ। ਪਾ ਕੇ ਲੈ ਲਈਏ, ਉਹਨੂੰ ਦਾਦਰ ਕਰ ਲੈਣਾ। ਦਾਦਰ ਕਰ ਲੈਣਾ। ਉਹਦੇ ਵਿੱਚ ਦੁੱਧ ਕਿੰਨਾ ਪਾਈਏ? ਦੁੱਧ ਕਿਲੋ ਪਾ ਲਓ, ਅੱਧਾ ਪਾ ਲਓ। ਤੇ ਉੱਤੇ 2-3 ਦਿਨ ਠੀਕ ਹੋ ਗਿਆ। ਉਹ 2-3 ਦਿਨ ਲਗਾਤਾਰ ਦੇਣਾ, ਨਾਲ ਹੀ ਫਿਰ ਦੇਣਾ ਪੈਣਾ? ਕਿਹੜੇ ਟਾਈਮ ਦੇਣਾ? ਸ਼ਾਮ ਨੂੰ, ਜਦੋਂ ਡੰਗਰ ਪੱਠੇ ਛੱਡੇ ਖਾ ਬਾਹਰ ਬਰਨ ਲਈ ਛੱਡਣੇ। ਠੀਕ ਹੋ ਗਿਆ। ਉਹਦਾ ਫਿਰ ਕਿੰਨੇ ਦਿਨਾਂ 'ਚ ਥਾਣਾ ਜਿਹੜਾ ਜਾਵੇ ਸਾੜੂ? ਕਿੰਨਾ ਦੇ ਉਹਦੇ ਨਾਲ ਠੀਕ ਹੋਈ ਹੈ। ਤੁਹਾਡਾ ਤਜਰਬਾ ਕਰ ਚੁੱਕੇ ਹੋ? ਜ਼ਬਰਦਸਤ, ਜ਼ਬਰਦਸਤ, ਕੀ ਬਾਤ ਹੈ। ਹੋਰ ਕਿਹੜੀ ਬਿਮਾਰੀ ਜਿਹੜਾ ਤੁਸੀਂ ਆਪੇ ਇਲਾਜ ਕਰ ਲੈਂਦੇ ਹੋ? ਜਿਸ ਤਰ੍ਹਾਂ ਗਲਗੋਟੂ ਹੋ ਗਿਆ ਜਾਂ? ਗਲਗੋਟੂ ਅਸੀਂ ਦੇਖੀ ਗੰਢਾ ਹੀ ਬਸ ਆਮ ਦੇ ਇਸਤੇਮਾਲ ਕਰਨੇ, 8-9 ਦਿਨ ਹੀ ਦੇਈਦਾ। ਠੀਕ ਹੈ। ਲੂਣ ਪਾ ਕੇ ਵਿੱਚ ਦਾਦਰ ਮਿਰਚਾਂ ਪਾ ਕੇ, ਦਾਦਰ ਮਿਰਚ ਬਿਲਕੁਲ ਵੀ ਸੀ, ਦਾਦਰ ਮਿਰਚ ਬਿਲਕੁਲ ਵਿੱਚ ਗੰਢਾ ਕੁੱਟ ਕੇ ਦਾਬੜਾ ਭਰ ਲੈਣਾ, ਵਿੱਚ ਕੁੱਟ ਲੈਣਾ, ਵਿੱਚ ਗੁੜ ਸੁੱਟ ਕੇ ਰੱਜ ਕੇ ਹੱਟੀ ਦੇਣੀ, ਮਸਾਲਾ ਦੇਣਾ। ਇਨਸ਼ਾਅੱਲਾ ਹੁੰਦਾ। ਇਹ ਪਿੰਨੀਆਂ ਬਣਾ ਕੇ ਦੇਈ ਜਾਣਾ। ਬਣਾਉਣਾ ਹੀ ਉਹਨਾਂ ਜਿਹੜਾ ਸ਼ਾਮ ਨੂੰ ਦੇ ਹੜਨਾ। ਤੇ ਇਹਦਾ ਫਾਇਦਾ ਕੀ ਜੇ? ਫਾਇਦਾ ਇਹਦਾ ਬੜਾ, ਦੁੱਧ ਵੀ ਵੱਧਦੀਆਂ ਨੇ ਮਈਆਂ। ਅੱਛਾ, ਦੁੱਧ ਵੀ ਵੱਧਦੀਆਂ ਨੇ। ਉਂਝ ਵੀ ਡੰਗਰ ਨੂੰ ਜ਼ਹਿਰ ਵੱਧਦੀ ਨਹੀਂ ਹੁੰਦਾ। ਸਹੀ ਹੈ। ਦਾਦਰ ਮਿਰਚ ਜਿਹੜੀ ਮਾਰਦੀ ਹੈ ਜ਼ਹਿਰ ਮਿਰਚ। ਠੀਕ ਹੋ ਗਿਆ। ਤੁਹਾਡੇ ਕੋਲ ਸਿਆਲ ਹੋਏ ਤੇ ਮਿੱਠਾ ਤੇਲ ਦੇਈ ਦੇ ਵਿੱਚ ਪਾ ਕੇ। ਹੁਣ ਗਰਮੀ ਹੈ, ਦੇਸੀ ਤੇਲ ਪਾ ਲਓ। ਸਹੀ ਹੈ। ਦੇਸੀ ਤੇਲ ਪਾ ਲਓ, ਸ਼ਾਮ ਨੂੰ ਬਣਾ ਕੇ
ਸੌਣ ਲੱਗਿਆ ਦੇ ਕੇ ਉਹਨਾਂ ਨੂੰ ਪਿੱਛਾ ਬੰਨ ਛੱਡੋ। ਅੱਛਾ ਸੁਬਾਹ ਉਹਨਾਂ ਨੂੰ ਜਦੋਂ ਚੋਣਾ ਜੋ ਵੀ ਤੁਹਾਂ ਉਹਨਾਂ ਨੂੰ ਪਾਣਾ ਪਾ ਕੇ ਚੋਈ ਜੋ ਪਿੱਛਾ ਬੰਨੀ। ਠੀਕ ਹੋ ਗਿਆ, ਮੱਝਾਂ ਠੀਕ ਰਹਿਣ। ਬੱਦਲ ਕੋ ਬਚਾਣਾ, ਬੱਦਲ ਕੋਲੋਂ ਬਚਾਣਾ। ਹਾਂ ਠੀਕ ਹੋ ਗਿਆ। ਤਰੇਲ ਕੋਲੋਂ? ਤੇਲ ਦੀ ਕੋਈ ਨਹੀਂ। ਅੱਛਾ ਬੱਦਲ ਕੋਲੋਂ ਬਚਾਣਾ। ਅੱਛਾ ਹੁਣ ਇਹ ਦੱਸਿਓ ਚਾਚੂ ਜੀ ਕਿ ਇਹ ਤੁਹਾਡੀਆਂ ਜਿਹੜੀਆਂ ਮੱਝਾਂ ਨੇ ਇਹ ਸਾਰੀਆਂ ਨੀਲੀ ਬਾਰ ਦੀਆਂ ਹੀ ਨੇ? ਸਾਰੀਆਂ ਉੱਧਰ ਦੀ। ਤੇ ਜ਼ਿਆਦਾ ਤੋਂ ਜ਼ਿਆਦਾ ਦੁੱਧ ਕਿੰਨਾ ਦਿੱਤਾ ਹੈ ਤੁਹਾਡੀ ਮੱਝ ਨੇ? 15 ਤੋਂ ਕੋਈ ਨਹੀਂ ਟੱਪੀ। 15 ਤੋਂ ਨਹੀਂ ਟੱਪੀ? 15 ਹਲਾ ਨੀਲੀ ਬਾਰ ਦੀਆਂ ਨੇ। 15 ਤੋਂ ਕੋਈ ਨਹੀਂ। ਕਿਸ ਤਰ੍ਹਾਂ ਦੀ ਸੇਵਾ ਕਰਦੇ ਹੋ, ਕੀ ਪਾਉਂਦੇ ਹੋ? ਇੱਕ ਮਹੀਂ ਸਾਡੀ ਉਹਨੂੰ ਹੋ ਗਏ ਨੇ 17 ਮਹੀਨੇ। ਅੱਛਾ ਇਹ ਵੀ 10 ਕਿਲੋ ਦੁੱਧ ਦਿੰਦੀ। ਅੱਛਾ ਇਹ ਵੀ ਉਹ 10 ਕਿਲੋ ਬਣੀ ਸੀ ਤੇ ਮਹੀਂ ਖਰਾਬ ਹੋ ਗਿਆ, ਕੱਟੀ ਕੱਟਾ ਸੁੱਟ ਛੱਡਿਆ ਤੇ ਇਹ ਵੀ 10 ਕਿਲੋ ਦੁੱਧ ਹੈ ਬਜੀ। ਠੀਕ ਹੈ। ਇਹ ਜਿਹੜੀ ਹੈ ਹਾਂ ਇਹ ਖਰਾਬ ਹੋ ਗਈ ਸੀ ਤੇ ਫਿਰ ਵੀ 10 ਕਿਲੋ ਦਿੰਦੀ ਹੈ? ਇਹ ਵੀ 10 ਕਿਲੋ ਦਿੰਦੀ ਹੈ। ਕਿੰਨੇ ਮਹੀਨੇ ਹੋ ਗਏ ਇਹਨੂੰ? ਇਹਨੂੰ 17-18 ਮਹੀਨੇ ਹੋ ਗਏ ਸੋਈ। ਮਾਸ਼ਾਅੱਲਾ। ਤੇ 17-18 ਦੁੱਧ ਦੀ ਲਾਮ ਹਲੇ ਵੀ ਚੱਲਦੀ ਹੈ? ਦੁੱਧ 10 ਕਿਲੋ ਹੀ ਦਿੱਤੀ ਦੋਵਾਂ ਵੇਲੇ। ਇਹ ਉਸ ਨਸਲ ਦੀ ਹੈ? ਉਸੇ ਨਸਲ ਜੋ ਤੁਲੀ ਲਿਆਉਂਦੀ। ਸਹੀ ਹੋ ਗਿਆ। ਮੈਂ ਸਵਾਲ ਹੈ ਤੁਹਾਨੂੰ ਪੁੱਛ ਰਿਹਾ ਹਾਂ ਕਿ ਕਿਹੜਾ ਇਹਨਾਂ ਨੂੰ ਸ਼ਾਇਦ ਤੁਸੀਂ ਪਾਉਂਦੇ ਹੋ, ਕਿਸ ਤਰ੍ਹਾਂ ਇਹਨਾਂ ਦੀ ਸੇਵਾ ਕਰਦੇ ਹੋ? ਸੇਵਾ ਤੇ ਪੱਠੇ ਪਾਉਂਦੇ ਆ ਹਮਾਰੇ ਜਿਹੜੇ ਇਹ ਦੁੱਧੂ ਨਹੀਂ ਜਾਂਦੀਆਂ, ਇਹ ਤੁਹਾਡੇ ਡੰਗਰ ਮਾਸ਼ਾਅੱਲਾ ਲਿੱਸੇ ਨਹੀਂ ਹੁੰਦੇ, ਉਹ ਕਿਹੜਾ ਕਰਦੇ ਹੋ ਕੰਮ? 2 ਕਿਲੋ ਤੂੜੀ ਪਾਈ ਦੀ ਹੈ ਸੁਬਾ। ਠੀਕ ਹੈ। 2 ਕਿਲੋ ਵੰਡਾ ਸ਼ਾਮ ਨੂੰ, 2 ਕਿਲੋ ਤੂੜੀ 2 ਕਿਲੋ ਵੰਡਾ। ਹੋਰ ਭਾਵੇਂ ਥੋੜੇ ਪੱਠੇ ਪਾਈਏ ਥੋੜੇ ਪਾਈਏ ਬਹੁਤੇ, ਇਹਨਾਂ ਨੂੰ ਫਿਰ ਸਾਡੀ ਕੋਈ ਟੈਨਸ਼ਨ ਨਹੀਂ। 2 ਕਿਲੋ ਵੰਡਾ ਸੁਬਾ, 2 ਕਿਲੋ ਸ਼ਾਮ ਨੂੰ, 4 ਕਿਲੋ ਵੰਡਾ। ਤੇ ਇਹ ਘੱਟ ਤੋਂ ਘੱਟ ਦੱਸ ਦਿਓ ਪਏ। ਹਾਂ ਬਸ ਇੰਨਾ ਹੀ ਅਸੀਂ ਪਾਉਂਦੇ। ਠੀਕ ਹੋ ਗਿਆ। ਔਰ ਉਹ ਤੁਹਾਡੇ ਮਾਜਰੇ ਨੇ ਆਪਣੇ ਤੋਲਤੇ ਰਹਿੰਦੇ? ਤੋਲਤੇ ਰਹਿੰਦੇ। ਆ ਵੇਖ ਲਓ ਸਾਰੇ ਤੱਕਦੇ। ਠੀਕ ਹੈ। ਅੱਛਾ ਇਹ ਦੱਸਿਓ ਕਿ ਇਹਨਾਂ ਦੇ ਪੱਠੇ ਕਿੰਨੇ ਬੀਜਦੇ ਹੋ ਇਹਨਾਂ ਵਾਸਤੇ? ਪੱਠੇ ਅਸੀਂ ਬਹੁਤ ਘੱਟ ਪਾਉਂਦੇ। ਅੱਛਾ ਬਹੁਤੀ ਅਸੀਂ ਤੂੜੀ ਤੇ ਵੰਡਾ ਪਾਉਂਦੇ। ਹਰਾ ਘੱਟ ਇਸਤੇਮਾਲ ਕਰਦੇ ਹੋ? ਤੇ ਹਰਾ ਘੱਟ ਇਸਤੇਮਾਲ ਕਰਨ ਨਾਲ ਇਹਨਾਂ ਨੂੰ ਖੁਸ਼ਕੀ ਨਹੀਂ ਹੋ ਜਾਂਦੀ ਤੂੜੀ ਇਸਤੇਮਾਲ? ਇਹ ਥੋੜੇ ਨਹੀਂ ਹੁੰਦੀ, ਤੇਲ ਕੇ ਹੁੰਦੇ ਇਸ ਤਰ੍ਹਾਂ। ਸਰੋਂ ਦਾ ਤੇਲ? ਹੁਣ ਸਰੋਂ ਦਾ ਤੇਲ ਦੇਣਾ ਤੇ ਜਦੋਂ ਸਰਦੀ ਆਣੀ ਮਿੱਠਾ ਤੇਲ ਦੇਣਾ, ਫਿਰ ਇਹਨਾਂ ਨੂੰ ਅੱਲਾ ਚਾਹੇ ਕੁਛ ਨਹੀਂ ਹੋਏਗਾ। ਮਾਰਾ ਤਿਆਰ ਮਾਲ ਲਿਸਾ ਹੈ ਮਾਰ। ਨਹੀਂ ਮਾਸ਼ਾਅੱਲਾ ਸੋਹਣੇ ਡੰਗਰ ਨੇ ਤੁਹਾਡੇ, ਜਿਹੜੀ ਦਿਲ ਖੁਸ਼ ਹੋਇਆ ਤੁਹਾਡੇ ਡੰਗਰ ਵੇਖ ਕੇ। ਸਹੀ ਹੈ। ਅੱਛਾ ਨਵੇਂ ਬੰਦੇ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਵੀ ਨਵਾਂ ਹੀ ਕੰਮ ਸ਼ੁਰੂ ਕੀਤਾ ਔਰ ਤੁਸੀਂ ਕਿਹਾ ਕਿ ਮੈਂ ਮੁਤਮਿਨ ਹਾਂ, 2 ਡੰਗਰਾਂ ਤੋਂ ਸ਼ੁਰੂ ਕਰਕੇ ਮੈਂ ਮਾਸ਼ਾਅੱਲਾ 20 ਤੱਕ ਪਹੁੰਚ ਗਿਆ। ਕੀ ਨਵੇਂ ਬੰਦੇ ਨੂੰ ਕਹਿਣਾ ਚਾਹੋਗੇ ਕਿ ਕਿੰਨਿਆਂ ਤੋਂ ਸ਼ੁਰੂ ਕਰੇ? ਉਹ 2 3 4 ਬਣਾਏ, ਉਹਦੇ ਨਾ ਚੱਲੇ ਇੱਕ ਡੰਗ ਉਹਨਾਂ ਨੂੰ ਪਾਏ ਇੱਕ ਵੇਲੇ ਦਾ। ਇੱਕ ਡੰਗ ਵੱਜ ਜਾਂਦਾ? ਹਾਂ ਇੱਕ ਡੰਗ ਪਾਏ। ਤੇ ਕਿਹੜੇ ਡੰਗਰ ਲਏ ਉਹ? ਲਹਿਰੀਆਂ ਮੱਝਾਂ ਲਏ ਜਾਂ ਖਾਂਗੜੀਆਂ ਲਏ? ਲਹਿਰੀਆਂ ਲੈ ਕੇ ਖਾਂਗੜੀਆਂ ਜੂ ਕੀ ਲੈਣਾ। ਕੁਛ ਲੋਕਾਂ ਨੇ ਖਾਂਗੜੀਆਂ ਲੈ ਕੇ ਤੇ ਉਹ ਵੀ ਦੁੱਧ ਦਿੰਦੀਆਂ ਨੇ ਥੋੜਾ ਬਹੁਤਾ? ਉਹਦੇ ਥੋੜਾ ਬਹੁਤਾ ਹੀ ਦੇਣਾ ਹੈ, ਉਹਦੇ ਪੱਠੇ ਫਿਰ ਪਾਣੇ ਨੇ ਘਰ ਦੇ। ਅੱਛਾ ਘਰ ਦੇ ਪੱਠੇ ਪਾਣੇ। ਤੁਹਾਡੀ ਨਜ਼ਰ 'ਚ ਉਹ ਨੁਕਸਾਨ ਹੈ? ਅਸੀਂ ਮੁੱਲ ਦੇ ਪੱਠੇ ਪਾਣੇ। ਅੱਛਾ ਮੁੱਲ ਦੇ ਪੱਠੇ ਪਾਉਂਦੇ? ਮੁੱਲ ਦੇ ਪੱਠੇ ਪਾ ਗੁਜ਼ਾਰਾ ਹੋ ਜਾਂਦਾ? ਹਾਂ ਜ਼ਬਰਦਸਤ। ਅੱਛਾ ਚਾਚੂ ਜੀ ਤੁਸੀਂ ਬੜੀ ਅਹਿਮ ਗੱਲ ਦੱਸ ਰਹੇ ਹੋ ਕਿ ਤੁਹਾਡੇ ਪੱਠੇ ਮੁੱਲ ਦੇ ਨੇ, ਤੇ ਪੈਲੀ ਸ਼ੈਲੀ ਆਪਣੀ ਹੈ ਨਹੀਂ ਤੁਹਾਡੀ? ਪੈਲੀ ਹੈ ਪਰ ਥੋੜੀ। ਪੱਠੇ ਕਿਉਂ ਨਹੀਂ ਤੁਸੀਂ ਬੀਜਦੇ? 6 ਕਨਾਲਾਂ ਪੱਠੇ ਕੀ ਬੀਜ ਕੇ 6 ਕਨਾਲਾਂ ਦਾ 20 ਮਈਆਂ ਦਾ ਕੀ ਬਣਦਾ? ਤੇ ਜਿਹੜਾ ਬੰਦਾ ਉਹਦੀ ਆਪਣੀ ਪੈਲੀ ਨਹੀਂ ਹੈ ਉਹ ਵੀ ਇਹ ਕੰਮ ਕਰ ਸਕਦਾ? ਉਹ ਬੱਲੇ ਹਾਂ ਕੰਮ ਹੀ ਉਹਦੇ ਬਾਰੇ 'ਚ। ਅੱਛਾ ਹਾਂ ਉਹ ਕਿਸ ਤਰ੍ਹਾਂ? ਇਸ ਤਰ੍ਹਾਂ ਵੇਖ ਲਾ ਸਾਡੇ ਕੋਲ ਕਣਕ ਵੀ ਨਹੀਂ ਆਪਣੀ, ਕੁਝ ਵੀ ਨਹੀਂ, ਤੇ ਮੁੱਲ ਦਾ ਹੀ ਸਾਰਾ ਪਾਉਂਦੇ? ਮੁੱਲ ਦਾ ਹੀ ਸਾਰਾ ਪਾਉਂਦੇ। ਇੱਕ ਵੇਲਾ ਖਾਣਾ ਤੇ ਇੱਕ ਵੇਲਾ ਇਹਨਾਂ ਨੂੰ ਪਾਣਾ। ਹੁਣ ਦੱਸਿਓ ਕਿ ਤੁਹਾਡੀ ਇਸ ਟਾਈਮ ਲਹਿਰੀਆਂ ਮੱਝਾਂ ਕਿੰਨੀਆਂ ਨੇ? ਲਹਿਰੀਆਂ ਮੱਝਾਂ ਨੇ ਇਹ ਸਭ 6 ਮੱਝਾਂ ਨੇ ਲਹਿਰੀਆਂ। 6 ਮੱਝਾਂ ਲੈ ਰਹੀਆਂ? ਬਾਕੀ ਕੋਈ ਬਣੀਆਂ ਨੇ ਕੋਈ ਬਣਨੇ ਵਾਲੀਆਂ। ਤੇ ਜਿਹੜੀਆਂ ਖਾਂਗੜੀਆਂ ਉਹ ਵੀ ਦੁੱਧ ਦੇ ਰਹੀਆਂ ਨੇ? ਦੇ ਰਹੀਆਂ। ਟੋਟਲ ਦੁੱਧ ਤੁਹਾਡਾ ਕਿੰਨਾ ਹੀ ਜਾਂਦਾ ਮਾਸ਼ਾਅੱਲਾ? 3 ਮਣ ਦਾ। 3 ਮਣ ਮਹੀਨੇ ਦਾ ਕਿੰਨੇ ਦਾ ਵਿਕ ਜਾਂਦਾ? ਫਿਰ ਲਾ ਲਓ ਹਿਸਾਬ ਕਰ ਲਓ, 3 ਲੱਖਾਂ ਤੋਂ ਉੱਤੇ ਹੀ ਜਾਂਦੇ। ਅੱਛਾ ਮਾਸ਼ਾਅੱਲਾ। ਤੇ 3 ਲੱਖ ਜਦੋਂ ਤੁਸੀਂ ਤੁਹਾਨੂੰ ਲੱਭਦਾ ਤਾਂ ਇਹਨਾਂ ਦੇ ਕਿੰਨਾ ਲਾਉਂਦੇ ਹੋ ਡੰਗਰਾਂ ਤੇ? ਹੱਦੋਂ ਵੱਧ ਯਾਨੀ ਕਿ 1.5 ਲੱਖ ਬਚ ਜਾਂਦਾ? ਇੱਕ ਮਹੀਂ ਹੋਰ ਲੈਣੀ ਹੈ। ਅੱਛਾ ਇੱਕ ਮਹੀਂ ਲੈਣੀ ਤੇ ਬਾਕੀ ਇਹਨਾਂ ਤੇ ਲਾਣੇ। ਜ਼ਿੰਦਾਬਾਦ। ਨਹੀਂ ਤੁਸੀਂ ਨਾਲ ਕੰਮ ਨੂੰ ਵਧਾ ਰਹੇ? ਸਹੀ ਹੋ ਗਿਆ। ਤੇ ਜਗ੍ਹਾ ਤੁਹਾਡੇ ਕੋਲ ਕਿੰਨੀ ਜਿੱਥੇ ਸਾਰੇ ਰੱਖੇ ਨੇ? ਜਗ੍ਹਾ ਕੋਈ ਹੈ ਕਨਾਲ ਦੇ ਵਿੱਚ ਪੂਰੇ ਆਈ ਜਾਂਦੇ ਨੇ? ਹੋਰ ਤੇ ਨਹੀਂ ਕੋਈ ਇਸ ਕੰਮ 'ਚ ਮਸਲਾ? ਨਹੀਂ ਕੋਈ ਮਸਲਾ। ਜਿਹੜਾ ਕੋਈ ਬੰਦਾ ਸਾਡੀ ਗੱਲਬਾਤ ਸੁਣਦਾ ਪਿਆ ਉਹ ਡੰਗਰ ਪਾਲਣਾ ਚਾਹੁੰਦਾ ਹੈ, ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਬੇਧੜਕ ਹੋ ਕੇ ਸ਼ੁਰੂ ਕਰ ਦੇ? ਠੀਕ ਹੈ ਜ਼ਿੰਦਾਬਾਦ। ਤੇ ਤੁਹਾਡੇ ਕੋਲ ਅਗਰ ਕਿਸੇ ਇੱਕ ਦੋ ਗਾਈ ਵਿੱਚ ਚੰਗੀ ਰੱਖ ਲੈ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਹੈ ਉਹਦਾ ਸਾਰਾ ਰਿਕਾਰਡ ਪੇ ਪੂਰਾ ਕਰੇ ਜੀ। ਅੱਛਾ ਉਹਨੇ 14 ਕਿਲੋ ਦੁੱਧ ਕਰਨਾ, ਮਹੀਂ ਨੇ 8 ਕਿਲੋ 9 10 ਕਿਲੋ। ਬਿਲਕੁਲ। ਤੇ ਇਹ ਗੋਕਾ ਦੁੱਧ ਜਿਹੜਾ ਵੇ ਤੁਹਾਡਾ ਕਿੰਨਾ? ਵਿੱਚ ਹੀ ਅਸੀਂ ਪਾਉਂਦੇ। ਤੇ ਉਹ ਕਿੰਨੇ ਰੁਪਏ ਤੁਸੀਂ ਦਿੰਦੇ ਪਏ ਦੁੱਧ ਨੂੰ? ਇੱਕੋ ਪਾ ਮਈਆਂ ਦਾ ਦੁੱਧ ਕਿੰਨੇ ਰੁਪਏ? 80 ਰੁਪਏ। 80 ਰੁਪਏ ਦਿੰਦੇ ਪਏ? ਠੀਕ ਹੋ ਗਿਆ। ਹਾਲਸ ਦੁੱਧ ਜਿਹੜਾ ਵੇ? ਹਾਲਸ। ਤੇ ਪਿੰਡ ਵੀ ਕਿਤੇ ਵੇਚਦੇ ਹੋ ਕਿ ਜਾਂ ਬਸ? ਪਿੰਡ ਸਾਡਾ ਕੋਈ ਨਹੀਂ ਖੜਦਾ, ਦੂਰ ਅਸੀਂ ਬਾਹਰ ਵੱਡੇ। ਠੀਕ ਹੋ ਗਿਆ। ਦੁੱਧ ਹੀ ਨਹੀਂ ਦਿੰਦੇ ਸਾਰੇ, ਵਿੱਚੇ ਗਾਂ ਦਾ ਤੇ ਵਿੱਚੇ ਮਈਆਂ। ਸਹੀ ਹੋ ਗਿਆ। ਤੇ ਜਿਹੜੇ ਬੰਦੇ ਤੁਹਾਨੂੰ ਮਸ਼ਵਰੇ ਦੇ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਣ, ਤੁਹਾਡਾ ਕੋਈ ਨੰਬਰ ਹੈ ਜਿਹੜਾ ਤੁਹਾਨੂੰ ਫੋਨ ਕਰ ਲੈਣੀ ਆ ਉਂਝ ਤੁਹਾਡੇ ਕੋਲ ਆਈ ਜਾਣ? ਮੇਰੇ ਕੋਲ ਨਹੀਂ, ਮੁੰਡੇ ਕੋਲ ਆਏ, ਮੇਰੇ ਕੋਲ ਕੋਈ ਨਹੀਂ। ਤੇ ਪਤਾ ਆਪਣਾ ਦੁਬਾਰਾ ਫਿਰ ਦੱਸ ਦਿਓ। ਉਂਝ ਕੋ ਆ ਗਿਆ ਇੱਥੇ। ਆਪਣਾ ਨਾਂ ਤੇ ਪਤਾ ਦੱਸ ਦਿਓ ਤਾਂ ਕਿ ਤੁਹਾਡੇ ਕੋਲ ਆ ਕੇ ਮਸ਼ਵਰਾ ਲੈ ਲੈਣ।
ਬਿਲਕੁਲ ਯੂਸਫ ਮੇਰਾ ਨਾਮ ਦੱਜੋਵਾਲ ਪਿੰਡ। ਠੀਕ ਹੈ। ਜ਼ਿੰਦਾਬਾਦ ਚਾਚੂ ਜੀ, ਤੁਸੀਂ ਬੜੀਆਂ ਅਹਿਮ ਗੱਲਾਂ ਕੀਤੀਆਂ ਨੇ, ਮਜ਼ੇਦਾਰ ਗੱਲਾਂ ਕੀਤੀਆਂ ਨੇ। ਤੁਸੀਂ ਨਵਿਆਂ ਕਿਸਾਨ ਭਰਾਵਾਂ ਨੂੰ ਜਿਹੜੇ ਵਿਹਲੇ ਨੇ, ਫਾਰਗ ਨੇ ਮੁੰਡੇ, ਉਹਨਾਂ ਨੂੰ ਤੁਸੀਂ ਮੋਟੀਵੇਟ ਕੀਤਾ ਕਿ ਵੀ ਇਹ ਕੰਮ ਕਰੋ, ਅੱਲਾ ਚਾਹੇ ਤਾਂ ਅੱਲਾ ਨੂੰ ਪੂਰੀਆਂ ਤੇ ਕੰਮ ਚੱਲਦਾ ਰਹੇਗਾ। ਜ਼ਿੰਦਾਬਾਦ ਜੀ, ਅਸਲਾਮ ਵਾਲੇਕੁਮ।